ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਕੋਈ ਕਿਸਾਨ ਸੀ, ਵਧੀਆ ਰੋਟੀ ਖਾਂਦਾ ਸੀ, ਪਰਿਵਾਰ ਵਿੱਚ ਰਹਿੰਦਾ ਸੀ, ਸੋਹਣਾ ਰੋਟੀ ਪਾਣੀ ਚੱਲਦਾ ਸੀ, ਉਸਦਾ ਕਾਰੋਬਾਰ ਵੀ ਸੋਹਣਾ ਚੱਲਦਾ ਸੀ। ਉਹਦਾ ਇੱਕ ਮਿੱਤਰ ਆਇਆ, ਆ ਕੇ ਉਹਨੂੰ ਕਹਿਣ ਲੱਗਾ ਕਿ ਤੇਰੇ ਕੋਲ 3-4 ਕਿੱਲੇ ਜ਼ਮੀਨ ਹੈ, ਤੂੰ ਉਸ ਨਾਲ ਗੁਜ਼ਾਰਾ ਕਿਵੇਂ ਕਰਦਾ ਹੈ? ਕਹਿੰਦਾ ਜੀ ਗੁਜ਼ਾਰਾ ਬਹੁਤ ਸੋਹਣਾ ਹੁੰਦਾ ਹੈ। ਉਸ ਦਾ ਮਿੱਤਰ ਕਹਿਣ ਲੱਗਾ ਵੀ ਇਹ ਜੋ ਤੇਰੇ ਕੋਲ 3-4 ਕਿੱਲੇ ਜ਼ਮੀਨ ਹੈ, ਤੂੰ ਉਸ ਨੂੰ ਵੇਚ ਦੇ, ਤੇ ਮੈਂ ਇੱਕ ਜਗ੍ਹਾ ਐਸੀ ਵੇਖੀ ਹੈ ਜਿੱਥੇ ਜ਼ਮੀਨ ਬਹੁਤ ਸਸਤੀ ਹੈ। ਤੂੰ ਇਹ 3-4 ਕਿੱਲੇ ਵੇਚ ਕੇ ਤੇ ਥੋੜ੍ਹੇ ਨਹੀਂ 100 ਕਿੱਲੇ ਦੇ ਆਸ-ਪਾਸ ਉੱਥੇ ਤੇਰੀ ਜ਼ਮੀਨ ਬਣ ਜਾਏਗੀ। ਮਿੱਤਰ ਨੇੜੇ ਦਾ ਸੀ, ਉਹਨੇ ਪੁੱਛਿਆ ਕਿ ਤੂੰ ਮਜ਼ਾਕ ਤਾਂ ਨਹੀਂ ਕਰ ਰਿਹਾ? ਉਹ ਕਹਿੰਦਾ ਹੈ ਵੀ 3-4 ਕਿੱਲੇ ਵੇਚ ਕੇ 100 ਕਿੱਲਾ ਜ਼ਮੀਨ ਕਿਵੇਂ ਆ ਜਾਊ? ਬੰਜਰ ਮਿੱਟੀ ਹੋਏਗੀ, ਉਹ ਜ਼ਮੀਨ ਉਪਜਾਊ ਨਹੀਂ ਹੋਣੀ। ਉਹਦਾ ਮਿੱਤਰ ਕਹਿੰਦਾ ਨਹੀਂ, ਜ਼ਮੀਨ ਵੀ ਉਪਜਾਊ ਹੈ, ਫਸਲ ਵੀ ਚੰਗੀ ਹੁੰਦੀ ਹੈ, ਕੋਈ ਧੋਖੇ ਵਾਲੀ ਜਾਂ ਰੌਲੇ ਵਾਲੀ ਗੱਲ ਵੀ ਨਹੀਂ ਹੈ। ਮੇਰੇ ਕੋਲ ਤਾਂ ਜ਼ਮੀਨ ਹੀ ਹੈ ਨਹੀਂ ਕੋਈ, ਨਹੀਂ ਜੋ ਮੈਂ ਖਰੀਦ ਸਕਾਂ। ਦੋਨੋਂ ਮਿੱਤਰ ਨੇੜੇ ਦੇ ਸਨ। ਉਹਦੇ ਕਹਿਣ 'ਤੇ ਉਸਨੇ ਜ਼ਮੀਨ ਵੇਚ ਦਿੱਤੀ। ਹੁਣ ਉਹ 3-4 ਕਿੱਲੇ ਵੇਚ ਕੇ 100 ਦੀ ਤਲਾਸ਼ ਵਿੱਚ ਨਿਕਲ ਪਿਆ। ਜਿਹੜਾ ਪਤਾ ਉਹਦੇ ਦੋਸਤ ਨੇ ਦਿੱਤਾ ਸੀ, ਉੱਥੇ ਪਹੁੰਚਿਆ। ਉੱਥੇ ਦੇ ਲੋਕਾਂ ਨੇ ਉਸ ਦੀ ਬੜੀ ਸੇਵਾ ਕੀਤੀ। ਇਹਨੇ ਦੱਸਿਆ ਮੈਂ ਜ਼ਮੀਨ ਲੈਣ ਆਇਆ ਹਾਂ। ਕਹਿੰਦੇ ਕਿੰਨੇ ਪੈਸੇ ਨੇ ਤੇਰੇ ਕੋਲ? ਇਹਨੇ ਦੱਸਿਆ ਕਿ ਮੈਂ 3-4 ਕਿੱਲੇ ਵੇਚੇ ਹਨ, ਇੰਨਾ ਪੈਸਾ ਹੈ ਮੇਰੇ ਕੋਲ, ਆਹ ਦੇਖੋ। ਉਹ ਕਹਿਣ ਲੱਗੇ ਵੀ ਇੰਨੇ ਪੈਸੇ ਨਾਲ ਤੇ ਬੜੀ ਜ਼ਮੀਨ ਖਰੀਦੀ ਜਾਣੀ ਹੈ। ਪਿੰਡ ਵਾਲੇ ਉਸ ਨੂੰ ਕਹਿਣ ਲੱਗੇ ਕਿ ਚਲੋ ਤੁਸੀਂ ਅੱਜ ਦੀ ਰਾਤ ਆਰਾਮ ਕਰੋ, ਸਵੇਰੇ ਹੁੰਦਿਆਂ ਹੀ ਆਹ ਪੈਸੇ ਜਮ੍ਹਾਂ ਕਰਵਾ ਦੇਣੇ, ਤੇ ਜਿਵੇਂ ਹੀ ਸੂਰਜ ਦੀ ਪਹਿਲੀ ਕਿਰਨ ਨਿਕਲੇਗੀ ਤੁਸੀਂ ਚੱਲਣਾ ਸ਼ੁਰੂ ਕਰ ਦੇਣਾ, ਤੇ ਸੂਰਜ ਛਿਪਣ ਤੱਕ ਜਿੰਨੀ ਜ਼ਮੀਨ ਤੂੰ ਚੱਲ ਕੇ ਨਾਪ ਦਿੱਤੀ, ਉਹ ਸਾਰੀ ਜ਼ਮੀਨ ਤੇਰੀ ਹੋ ਜਾਏਗੀ। ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈ, ਜਦੋਂ ਸੂਰਜ ਚੜ੍ਹਨਾ ਹੈ ਉਦੋਂ ਤੁਰਨਾ ਹੈ, ਤੇ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਆਉਣਾ ਹੈ। ਜੇਕਰ ਸੂਰਜ ਛਿਪ ਗਿਆ ਤੇ ਫਿਰ ਨਾ ਜ਼ਮੀਨ ਮਿਲਣੀ ਹੈ ਤੇ ਨਾ ਪੈਸੇ। ਉਹ ਤੇ ਬੜਾ ਖੁਸ਼ ਹੋਇਆ ਵੀ ਇੰਨੀ ਸਸਤੀ ਜ਼ਮੀਨ, ਇਹ ਤਾਂ 100 ਕਿੱਲਾ ਨਹੀਂ, ਮੈਂ 500 ਕਿੱਲਾ ਖਰੀਦ ਲਵਾਂਗਾ। ਉਹ ਕਹਿੰਦੇ ਵੀ ਚਲੋ ਲੰਗਰ ਪਾਣੀ ਛਕੋ ਤੇ ਆਰਾਮ ਕਰੋ। ਹੁਣ ਇੰਨਾ ਵੱਡਾ ਜੈਕਪੋਟ ਲੱਗਾ ਹੋਵੇ ਤਾਂ ਬੰਦੇ ਨੂੰ ਨੀਂਦ ਕਿੱਥੇ ਆਉਂਦੀ ਹੈ? ਉਹ ਪਾਸੇ ਪਲਟਦਾ ਹੈ, ਕਦੇ ਸੱਜੇ ਕਦੇ ਖੱਬੇ, ਸਾਰੀ ਰਾਤ ਘੜੀ ਵੱਲ ਦੇਖਦਾ ਹੈ, ਕਦੋਂ ਦਿਨ ਚੜ੍ਹੇ ਤੇ ਕਦੋਂ ਮੈਂ ਦੌੜਾਂ ਤੇ 500 ਕਿੱਲੇ ਜ਼ਮੀਨ ਬਣਾਵਾਂ। ਐਵੇਂ ਦੇ ਕਈ ਖਿਆਲ ਉਹਨੂੰ ਸੌਣ ਨਹੀਂ ਦਿੰਦੇ। ਸਾਰੀ ਰਾਤ ਉਸ ਨੂੰ ਨੀਂਦ ਨਹੀਂ ਆਈ। ਚਾਅ ਹੀ ਬੜਾ ਸੀ ਕਿ ਸਵੇਰੇ ਬਹੁਤ ਜ਼ਮੀਨ ਦਾ ਮਾਲਕ ਬਣ ਜਾਣਾ ਮੈਂ। ਹੁਣ ਜਿਵੇਂ ਹੀ ਦਿਨ ਨਿਕਲਿਆ, ਉਸਨੇ ਖਾਣ ਪੀਣ ਦਾ ਪ੍ਰਬੰਧ ਕੀਤਾ, ਪਾਣੀ ਨਾਲ ਲੈ ਲਿਆ, ਖਾਣ ਨੂੰ ਪ੍ਰਸ਼ਾਦਾ ਲੈ ਲਿਆ ਵੀ ਰਸਤੇ ਵਿੱਚ ਰੁਕ ਕੇ ਸਮਾਂ ਵਿਅਰਥ ਨਹੀਂ ਕਰਨਾ। ਚੱਲਦੇ ਚੱਲਦੇ ਹੀ ਪਾਣੀ ਪੀ ਲਵਾਂਗਾ ਤੇ ਚੱਲਦੇ ਚੱਲਦੇ ਹੀ ਰੋਟੀ ਖਾ ਲਵਾਂਗਾ, ਕਿਉਂਕਿ ਜਿੰਨਾ ਜ਼ਿਆਦਾ ਮੈਂ ਨਾਪਾਂਗਾ ਓਨੀ ਹੀ ਜ਼ਮੀਨ ਮੇਰੀ ਹੋ ਜਾਣੀ ਹੈ। ਇਸ ਕਰਕੇ ਮੈਂ ਰਾਹ ਵਿੱਚ ਕਿਤੇ ਵੀ ਰੁਕਣਾ ਨਹੀਂ। ਜਿਵੇਂ ਹੀ ਸੂਰਜ ਨਿਕਲਿਆ ਉਹ ਪਹੁੰਚ ਗਿਆ। ਸਾਰਾ ਪਿੰਡ ਵੀ ਉੱਥੇ ਹੀ ਮੌਜੂਦ ਸੀ। ਉਹਨਾਂ ਕਿਹਾ ਕਿ ਆਹ ਪੈਸੇ ਇੱਥੇ ਜਮ੍ਹਾਂ ਕਰਵਾ ਦਿਓ, ਸੂਰਜ ਨਿਕਲੇਗਾ, ਚੱਲਣਾ ਤੁਸੀਂ ਚੱਲ ਕੇ ਜਾਓ, ਭੱਜ ਕੇ ਜਾਓ ਜਾਂ ਰਿੜ ਕੇ ਜਾਓ, ਤੁਹਾਡੀ ਮਰਜ਼ੀ ਹੈ, ਪਰ ਸੂਰਜ ਦੇ ਛਿਪਣ ਤੋਂ ਪਹਿਲਾਂ ਪਹਿਲਾਂ ਤੁਸੀਂ ਇੱਥੇ ਪਹੁੰਚਣਾ ਹੈ। ਕਹਿੰਦਾ ਜੀ ਗੱਲ ਹੀ ਕੋਈ ਨਹੀਂ, ਇਹ ਤਾਂ ਬਹੁਤ ਸੌਖਾ ਕੰਮ ਹੈ। ਇਹ ਕਹਿ ਕੇ ਉਸਨੇ ਸਭ ਨੂੰ ਨਮਸਕਾਰ ਕੀਤੀ ਤੇ ਚੱਲ ਪਿਆ। ਥੋੜ੍ਹਾ ਜਿਹਾ ਦੂਰ ਪਹੁੰਚ ਕੇ ਉਹ ਰੋਟੀ ਨਾਲ ਲਈ ਹੋਈ ਸੀ, ਉਹ ਭਾਰੀ ਲੱਗਣ ਲੱਗ ਗਈ। ਸੋਚਣ ਲੱਗਾ ਵੀ ਪ੍ਰਸ਼ਾਦਾ ਤੇ ਰੋਜ਼ ਹੀ ਛਕੀਦਾ,
ਇਹ ਮੌਕਾ ਥੋੜ੍ਹੀ ਰੋਜ਼-ਰੋਜ਼ ਮਿਲਣਾ। ਰੋਟੀ ਤਾਂ ਰੋਜ਼ ਹੀ ਖਾਣੀ ਹੈ। ਇਹ ਸੋਚ ਕੇ ਰੋਟੀ ਸੱਟ ਦਿੱਤੀ। ਥੋੜ੍ਹਾ ਜਿਹਾ ਅੱਗੇ ਚੱਲਿਆ ਤੇ ਪਾਣੀ ਵੀ ਭਾਰਾ ਲੱਗਣ ਲੱਗ ਗਿਆ। ਫਿਰ ਸੋਚਣ ਲੱਗਾ ਕਿ ਪਾਣੀ ਵੀ ਰੋਜ਼ ਹੀ ਪੀ ਲਈਦਾ, ਪਰ ਐਵੇਂ ਦਾ ਮੌਕਾ ਨਹੀਂ ਦੁਬਾਰਾ ਮਿਲਣਾ। ਥੋੜ੍ਹਾ ਜਿਹਾ ਪਾਣੀ ਕੋਲ ਰੱਖ ਲਿਆ ਜਿਸ ਨਾਲ ਕਿ ਬੁੱਲ੍ਹ ਗਿੱਲੇ ਹੋ ਸਕਣ। ਬਾਕੀ ਪਾਣੀ ਵੀ ਸੱਟ ਦਿੱਤਾ। ਜਿੰਨਾ ਸਰੀਰ ਹੌਲਾ ਹੋਊ ਓਨਾ ਜ਼ਿਆਦਾ ਨਾਪਿਆ ਜਾਊ। ਨਾਪਦਾ ਜਾਂਦਾ ਹੈ, ਨਾਪਦੇ ਨੂੰ 1 ਵੱਜ ਜਾਂਦਾ ਹੈ। ਹੁਣ ਦਿਮਾਗ ਜੋ ਕਹਿੰਦਾ ਹੈ ਵਾਪਸ ਚੱਲ। ਜਿੰਨਾ ਸਮਾਂ ਤੈਨੂੰ ਆਉਂਦੇ ਨੂੰ ਹੋਇਆ ਹੈ ਓਨਾ ਹੀ ਵਾਪਸ ਜਾਣ ਨੂੰ ਲੱਗਣਾ। ਪਰ ਮਨ ਕਹਿੰਦਾ ਹੈ ਨਹੀਂ, 2-4 ਕਿੱਲੇ ਹੋਰ ਨਾਪ ਲੈ। ਜਾਂਦਿਆਂ ਥੋੜ੍ਹਾ ਦੌੜ ਲਈ। ਇਹ ਮੌਕਾ ਕਿਹੜਾ ਰੋਜ਼-ਰੋਜ਼ ਮਿਲਣਾ ਹੈ। 1 ਦਿਨ ਦੀ ਤੇ ਗੱਲ ਹੈ। ਤੂੰ ਚੱਲ ਅੱਗੇ। ਮਨ ਦੀ ਗੱਲ ਸੁਣ ਕੇ ਹੋਰ ਅੱਗੇ ਵਧਿਆ। ਨਾਪਦਾ ਰਿਹਾ। ਆਖਰਕਾਰ ਉਸ ਨੂੰ ਨਾਪਦਿਆਂ 3 ਵੱਜ ਗਏ। ਹੁਣ ਵਾਪਸ ਪਰਤਿਆਂ ਪੂਰਾ ਤੇਜ਼ ਦੌੜਦਾ ਹੈ। ਪੂਰਾ ਜ਼ੋਰ ਲਾ ਦਿੰਦਾ ਹੈ ਇਹ ਸੋਚ ਕੇ ਕਿ ਇਹ ਆਖਰੀ ਦੌੜ ਹੈ। ਇਹ ਦੌੜ ਪੂਰੀ ਹੁੰਦਿਆਂ ਹੀ ਬਹੁਤ ਕੁਝ ਮਿਲ ਜਾਣਾ ਹੈ। ਅਸੀਂ ਵੀ ਬਹੁਤ ਵਾਰ ਆਖਰੀ ਦੌੜ ਦੌੜਦੇ ਹਾਂ ਕਿ ਹੁਣ ਕਾਲਜ ਪੂਰਾ ਹੋ ਗਿਆ, ਹੁਣ ਬਸ, ਹੁਣ ਪੜ੍ਹਾਈ ਪੂਰੀ ਹੋ ਗਈ, ਹੁਣ ਬਸ, ਫਿਰ ਨੌਕਰੀ ਮਿਲ ਗਈ, ਹੁਣ ਬਸ ਬਹੁਤ ਦੌੜ ਲਿਆ, ਫਿਰ ਪ੍ਰਮੋਸ਼ਨ ਹੋ ਗਿਆ, ਹੁਣ ਬਸ। ਇੱਦਾਂ ਸੋਚਦੇ ਬਹੁਤ ਵਾਰ ਆਖਰੀ ਕਰਦਿਆਂ ਬਹੁਤ ਦੌੜਦੇ ਹਾਂ। ਉਹ ਵੀ ਪੂਰੇ ਜੋਸ਼ ਨਾਲ ਦੌੜਦੇ ਹਾਂ। ਉੱਧਰ ਉਹ ਵੀ ਪੂਰੇ ਜੋਸ਼ ਨਾਲ ਦੌੜ ਰਿਹਾ ਸੀ। ਉੱਧਰੋਂ ਸੂਰਜ ਵੀ ਕਿਨਾਰੇ 'ਤੇ ਹੈ। ਉੱਧਰ ਇਹ ਵੀ ਪਹੁੰਚ ਗਿਆ। ਉੱਧਰੋਂ ਜੋ ਪਿੰਡ ਵਾਸੀ ਸੀ ਉਹ ਕਹਿੰਦੇ ਹੋਰ ਦੌੜ, ਛੇਤੀ ਆ ਜਾ। ਉਹ ਮਨ ਹੀ ਮਨ ਸੋਚਦਾ ਹੈ ਕਿ ਬੜੇ ਭੋਲੇ ਲੋਕ ਨੇ, ਵੀ ਜੇਕਰ ਮੈਂ ਨਹੀਂ ਪਹੁੰਚਦਾ ਤੇ ਇਹਨਾਂ ਨੂੰ ਫਾਇਦਾ ਹੋ ਜਾਏਗਾ। ਜ਼ਮੀਨ ਵੀ ਇਹਨਾਂ ਦੀ, ਪੈਸਾ ਵੀ ਇਹਨਾਂ ਦਾ, ਪਰ ਜੇ ਮੈਂ ਪਹੁੰਚ ਜਾਣਾ ਸਾਰੀ ਜ਼ਮੀਨ ਮੇਰੀ ਹੋ ਜਾਣੀ ਹੈ। ਸੱਚ ਹੀ ਬੜੇ ਭੋਲੇ ਲੋਕ ਨੇ ਇੱਥੋਂ ਦੇ। ਆਵਾਜ਼ਾਂ ਮਾਰਦੇ ਨੇ ਵੀ ਆ ਜਾ ਆ ਜਾ, ਔਰ ਦੌੜ। ਛਿਪ ਗਿਆ ਸੂਰਜ, ਛੇਤੀ ਆ ਜਾ। ਇਹ ਪੂਰੀ ਤਾਕਤ ਲਾ ਦਿੰਦਾ ਹੈ। ਉੱਧਰੋਂ ਸੂਰਜ ਬਿਲਕੁਲ ਕਿਨਾਰੇ 'ਤੇ ਹੈ। ਉੱਧਰੋਂ ਇਹ ਵੀ ਲਾਈਨ ਦੇ ਕਿਨਾਰੇ 'ਤੇ ਹੈ। ਉੱਧਰੋਂ ਇਹ ਵੀ ਲਾਈਨ 'ਤੇ ਜਾ ਕੇ ਡਿੱਗ ਪੈਂਦਾ ਹੈ ਅਤੇ ਉੱਧਰੋਂ ਸੂਰਜ ਵੀ ਛਿਪ ਜਾਂਦਾ ਹੈ। ਜਿਵੇਂ ਹੀ ਉਹ ਲਾਈਨ 'ਤੇ ਡਿੱਗਦਾ ਹੈ, ਡਿੱਗਦਿਆਂ ਸਾਰ ਹੀ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਉਹ ਪਿੰਡ ਵਾਲੇ ਹੱਸਦੇ ਨੇ ਵੀ ਪ੍ਰਮਾਤਮਾ ਰੋਜ਼ ਹੀ ਐਸਾਂ ਦੇ ਮੂਰਖ ਸਾਡੇ ਵੱਲ ਭੇਜਦਾ ਰਹਿੰਦਾ ਹੈ। ਪੈਸੇ ਸਾਨੂੰ ਦੇ ਜਾਂਦਾ ਹੈ ਅਤੇ ਆਪ ਰੱਬ ਕੋਲ ਪਹੁੰਚ ਜਾਂਦਾ ਹੈ। ਇਹ ਕਹਾਣੀ ਜਿਹੜੀ ਹੈ ਨਾ ਸੰਗਤ ਜੀ, ਇਹ ਸਾਡੇ ਸਾਰਿਆਂ ਦੀ ਹੈ। ਸੋ ਸੰਗਤ ਜੀ, ਜੀਵਨ ਵਿੱਚ ਇੰਨਾ ਵੀ ਨਾ ਦੌੜੋ ਕਿ ਤੁਹਾਡੀ ਦੌੜ ਹਮੇਸ਼ਾ ਲਈ ਖਤਮ ਹੀ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।